मन की बात की एक और विशेषता रही है। मन की बात के जरिए कितने ही जन आंदोलन ने जन्म भी लिया है और गति भी पकड़ी है। सेल्फी विद डॉटर कैंपेन पर मुझे नजर पड़ी तो मुझे बहुत अच्छा लगा। मैंने भी उनसे सीखा और इसे मन की बात में शामिल किया। आज सुनील जी से ही कुछ गपमा लेते हैं। नमस्कार सुनील जी। नमस्कार सर। ऐसे पानीपत की चौथी लड़ाई बेटियों के चेहरे पे मुस्कुराहट लाने के लिए शुरू की थी, जिसे आपके नेतृत्व में पूरे देश ने जीतने की कोशिश की है। तो वाकई ये मेरे लिए और हर बेटियां कैसी है, आजकल क्या कर रही है? जी मेरी बेटियां नंदनी और ज्ञानिका है। एक 7th क्लास में पढ़ रही है, एक 4th क्लास में पढ़ रही है। मैं परमजीत ਸਿੰਘ ਬੱਤਰਾ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਅੰਮ੍ਰਿਤਸਰ। ਅੱਜ 100ਵਾਂ ਐਪੀਸੋਡ ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਿੱਧਾ ਪ੍ਰਸਾਰਣ ਜਿਹੜਾ ਆ ਅੱਜ ਭਾਈ ਰੋਡ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਸੀ, ਇੱਥੇ ਰੂਬਰੂ ਹੋਇਆ ਔਰ ਸਾਡੇ ਵਿੱਚ ਉਚੇਚੇ ਤੌਰ 'ਤੇ ਹਿੰਦੁਸਤਾਨ ਦੇ ਸਪੋਕਸਪਰਸਨ ਸ਼ਹਿਜਾਦ ਪੂਨੇਵਾਲਾ ਜੀ, ਪੰਜਾਬ ਦੇ ਸੀਨੀਅਰ ਲੀਡਰ ਸ਼੍ਰੀ ਵਿਨਾਸ਼ ਰਾਏ ਖੰਨਾ ਜੀ, ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰਵਿੰਦਰ ਸੰਧੂ ਜੀ, ਮੇਰਾ ਛੋਟਾ ਵੀਰ ਅਸ਼ੋਕ ਭਗਤ, ਇਹਨਾਂ 'ਚ ਸਾਰਿਆਂ ਨੇ ਇਲਾਕਾ ਨਿਵਾਸੀਆਂ ਨੇ ਇੱਥੇ ਇਕੱਠੇ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਰੀ ਬਲ ਦਿੱਤਾ ਹੈ ਔਰ ਭਾਰੀ ਸਮਰਥਨ ਦਿੱਤਾ ਹੈ। ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਅੱਜ ਉਹ ਲੋਕਾਂ ਨੂੰ ਸਾਹਮਣੇ ਲਿਆਂਦਾ ਹੈ ਜਿਹੜੇ ਲੋਕ ਦੇਸ਼ ਦੇ ਹਿੱਤ ਲਈ ਕੰਮ ਕਰ ਰਹੇ ਨੇ, ਚੰਗੇ ਕੰਮ ਕਰ ਰਹੇ ਨੇ ਔਰ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੇ ਕੰਮ ਕਰ ਰਹੇ ਨੇ, ਉਹਨਾਂ ਨੂੰ ਅੱਜ ਉਹਨਾਂ ਨੇ ਸਾਡੇ ਸਾਹਮਣੇ ਲਿਆਂਦਾ ਔਰ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਭਾਰੀ ਉਤਸ਼ਾਹ ਹੈ ਪ੍ਰਧਾਨ ਮੰਤਰੀ ਦੇ ਪ੍ਰਤੀ, ਭਾਰਤੀ ਜਨਤਾ ਪਾਰਟੀ ਦੇ ਪ੍ਰਤੀ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪੂਰੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕਾਂ ਨੂੰ ਜੋੜ ਕੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੱਥੇ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਬਣਾਵਾਂਗੇ। ਬਹੁਤ ਵੱਡੀ ਉਪਲਬਧੀ ਹੈ ਜੀ, ਕਿਉਂਕਿ 100 ਕਰੋੜ ਤੋਂ ਪਲੱਸ ਲੋਕਾਂ ਨੇ ਅੱਜ ਜਿਹੜਾ ਪ੍ਰਧਾਨ ਮੰਤਰੀ ਜੀ ਨੂੰ ਸੁਣਿਆ, ਉਹਨਾਂ ਦੀ ਜਿਹੜੀ ਮਨ ਦੀ ਗੱਲ ਹੈ ਉਹ ਸੁਣੀ ਹੈ। ਬੜੀ ਖੁਸ਼ੀ ਹੋਈ ਹੈ ਲੋਕਾਂ ਦੇ ਵਿੱਚ, ਜਿਹੜਾ ਭਾਰੀ ਉਤਸ਼ਾਹ ਔਰ ਜਿਹੜੀ ਇਹ ਸਭ ਤੋਂ ਵੱਡੀ ਉਪਲਬਧੀ ਕਹਾਂਗੇ ਕਿ ਲੋਕ ਜਿਹੜੇ ਮਨ ਕੀ ਬਾਤ ਦੇ ਨਾਲ ਜੁੜੇ ਨੇ, ਇਹ ਸਭ ਤੋਂ ਵੱਡੀ ਉਪਲਬਧੀ ਹੈ। ਸਭ ਤੋਂ ਪਹਿਲਾਂ ਮੈਂ ਇਸ ਮੰਡਲ ਨੂੰ, ਬਜਾਜ ਜੀ ਨੂੰ ਔਰ ਆਪਣੇ ਸੰਧੂ ਸਾਹਿਬ ਨੂੰ, ਭਗਤ ਜੀ ਨੂੰ, ਸਾਡੇ ਪੂਨੇਵਾਲਾ ਜੀ ਆਏ ਨੇ, ਇਹਨਾਂ ਨੂੰ ਵਧਾਈ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ ਕਿ ਜਿਸ ਤਰ੍ਹਾਂ ਪਾਰਟੀ ਨੇ ਸਾਰੇ ਦੇਸ਼ ਭਰ 'ਚ ਇੱਕ ਪ੍ਰੋਗਰਾਮ ਬਣਾਇਆ ਸੀ ਕਿ ਜਿਹੜਾ 100ਵਾਂ ਐਪੀਸੋਡ ਹੈ ਉਹ ਅਸੀਂ ਇਤਿਹਾਸਕ ਐਪੀਸੋਡ ਦੇਸ਼ ਵਿੱਚ ਬਣਾਈਏ। ਤਾਂ ਅੰਮ੍ਰਿਤਸਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ, ਇਸ ਲਈ ਅੰਮ੍ਰਿਤਸਰ ਦੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ। ਅੱਜ ਤੁਸੀਂ ਸਾਰਿਆਂ ਨੇ ਸੁਣਿਆ, ਦੇਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਜਿਹੜੀਆਂ ਸ਼ਾਇਦ ਸਾਨੂੰ ਅੰਮ੍ਰਿਤਸਰ 'ਚ ਬੈਠ ਕੇ ਉਸ ਦੇਸ਼ ਦੇ ਉਹਨਾਂ ਲੋਕਾਂ ਬਾਰੇ, ਉਹਨਾਂ ਸਥਾਨਾਂ ਬਾਰੇ, ਉਹਨਾਂ ਦੇ ਕੰਮਾਂ ਬਾਰੇ ਨਹੀਂ ਪਤਾ ਸੀ। ਚਾਹੇ ਕੋਈ ਪਰਬਤ ਦੀ ਸਫਾਈ ਕਰਦਾ ਸੀ, ਚਾਹੇ ਕੋਈ ਫੁੱਲ ਉਹਨਾਂ ਦਾ ਵਪਾਰ ਕਰਦਾ ਸੀ, ਚਾਹੇ ਕੋਈ ਡਿਜੀਟਲ ਲਾਇਬ੍ਰੇਰੀ ਚਲਾ ਰਿਹਾ ਸੀ, ਚਾਹੇ ਬੇਟੀ ਪੜਾਓ ਬੇਟੀ ਬਚਾਓ ਦੇ ਕਾਰਜਕ੍ਰਮ ਹੋ ਰਹੇ ਸੀ। ਮੈਂ ਸਮਝਦਾ ਕਿ ਇਹ ਐਪੀਸੋਡ ਜਿਹੜਾ ਹੈ 100ਵਾਂ, ਇਹ ਬਹੁਤ ਹੀ ਸਾਨੂੰ ਜਾਗਰੂਕ ਔਰ ਜਾਣਕਾਰੀ ਦੇਣ ਵਾਲਾ ਐਪੀਸੋਡ ਜਿਹੜਾ ਹੈ ਉਹ ਬਣਿਆ। ਔਰ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਭਾਵੁਕ ਅਪੀਲ ਕੀਤੀ ਹੈ ਕਿ ਮੈਂ ਇਸ ਮਨ ਕੀ ਬਾਤ ਦੇ ਨਾਲ ਆਪਣੇ ਪਰਿਵਾਰ ਨਾਲ 146 ਕਰੋੜ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦਾ। ਉਹ ਵੀ ਇੱਕ ਬਹੁਤ ਭਾਵੁਕ ਅਪੀਲ ਜਿਹੜੀ ਹੈ ਸਾਨੂੰ ਸਭ ਨੂੰ ਬਹੁਤ ਅੱਛੀ ਲੱਗੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇੰਨੇ ਆਪਣੇ ਬਿਜੀ ਸ਼ਡਿਊਲ ਤੋਂ ਬਾਅਦ ਵੀ ਹਰ ਮਹੀਨੇ ਇੱਕ ਨਿਸ਼ਚਿਤ ਸਮੇਂ 'ਤੇ ਸਾਨੂੰ ਸਭ ਨੂੰ ਆ ਕੇ ਇੱਥੇ ਮਿਲਦੇ ਨੇ ਔਰ ਸਾਨੂੰ ਉਹਨਾਂ ਦੀਆਂ ਗੱਲਾਂ ਦਾ ਸੁਣਨ ਦਾ ਮੌਕਾ ਮਿਲਦਾ ਹੈ। ਤੁਸੀਂ ਵੀ ਦੇਖਿਆ ਕਿ ਅਸੀਂ ਅੱਜ ਉਸ ਬਸਤੀ 'ਚ ਪ੍ਰੋਗਰਾਮ ਕਰ ਰਹੇ ਹਾਂ ਜਿੱਥੇ ਸ਼ਾਇਦ ਭਾਰਤੀ ਜਨਤਾ ਪਾਰਟੀ ਬਹੁਤ ਕਮਜ਼ੋਰ ਰਹੀ। ਇੱਥੋਂ ਅਨਾਉਂਸਮੈਂਟ ਵੀ ਹੋਈ ਕਿ ਸਾਨੂੰ ਜੇ 25-30 ਵੋਟਾਂ ਮਿਲ ਜਾਂਦੀਆਂ ਸੀਆਂ ਤਾਂ ਬੜੇ ਅਸੀਂ ਇੱਥੇ ਖੁਸ਼ ਹੁੰਦੇ ਸੀ। ਲੇਕਿਨ ਜੋ ਇੱਥੇ ਅਰੇਂਜਮੈਂਟ ਕੀਤਾ, ਜਿਸ ਢੰਗ ਨਾਲ ਕੋਸ਼ਿਸ਼ ਕੀਤੀ ਹੈ ਔਰ ਪ੍ਰਧਾਨ ਮੰਤਰੀ ਨੇ ਸਿੱਧੀ ਗੱਲ ਇਹਨਾਂ ਲੋਕਾਂ ਦੀ ਕਰਾਈ ਹੈ, ਮੈਂ ਸਮਝਦਾ ਕਿ ਇਹਦਾ ਬਹੁਤ ਵੱਡਾ ਇੰਪੈਕਟ ਜਿਹੜਾ ਹੈ ਉਹ ਆਉਣ ਵਾਲੇ ਸਮੇਂ 'ਤੇ ਇਹਦਾ ਫਰਕ ਪਏਗਾ। ਮੈਨੂੰ ਬੜੀ ਖੁਸ਼ੀ ਹੈ ਕਿ ਅੱਜ
150 ਦੇ ਕਰੀਬ कार्यक्रम ਸਾਰੇ ਅੰਮ੍ਰਿਤਸਰ 'ਚ ਹੋ ਰਿਹਾ ਸਾਡੇ ਜ਼ਿਲ੍ਹੇ 'ਚ, ਜਿਹੜਾ ਅੰਮ੍ਰਿਤਸਰ ਜ਼ਿਲ੍ਹਾ ਆ। तो मैं प्रधान जी ਤੁਹਾਨੂੰ ਵੀ ਇੱਕ ਵਾਰੀ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਸੀਂ ਜੋ ਪਾਰਟੀ ਨੇ ਤੈਅ ਕੀਤਾ ਸੀ ਕਿ ਅਸੀਂ ਘੱਟ ਤੋਂ ਘੱਟ 100 ਸੰਖਿਆ ਚਾਹੀਦੀ ਹੈ ਔਰ ਹਰ ਮੰਡਲ 'ਚ कार्यक्रम ਚਾਹੀਦਾ, ਤੁਸੀਂ ਉਸ कार्यक्रम ਤੋਂ ਵੀ ਅੱਗੇ ਵਧ ਕੇ कार्यक्रम ਕੀਤਾ ਆ। ਇਹਦੇ कार्यकर्ता ਦਾ ਜੋਸ਼, ਪ੍ਰਧਾਨ ਮੰਤਰੀ ਲਈ ਪਿਆਰ, ਇਹ ਇੱਥੋਂ ਸਾਬਤ ਹੁੰਦਾ। देखिए, आज हमारे बीच भारतीय जनता पार्टी के वरिष्ठ नेता अविनाश राय खन्ना जी थे, हमारे अमृतसर भारतीय जनता पार्टी के अध्यक्ष संधू जी, हमारे तमाम कार्यकर्ता जिन्होंने इस ऐतिहासिक क्षण को दर्ज करवाने के लिए पंजाब में और अमृतसर में 150 से ज़्यादा कार्यक्रम किए ताकि जन जन तक प्रधानमंत्री जी की मन की बात पहुंच सके। और दरअसल ये प्रधानमंत्री जी की मन की बात क्या है? ये प्रधानमंत्री जी की मन की बात दरअसल हमारी लोकतांत्रिक संस्कृति जो है उसमें जन संवाद का सबसे सफल प्रयोग है। कोई भी और देश में, कोई भी और सूबे में ऐसा कोई उदाहरण नहीं होगा जहां पर एक प्रधानमंत्री या राष्ट्रीय अध्यक्ष जनता के साथ लगातार 8 वर्षों तक प्रति माह 100 एपिसोड करके एक संवाद स्थापित करे। तो ये लोकतांत्रिक संवाद का, हमारी लोकतांत्रिक संस्कृति का, जो तो पंजाब में तो उसके कई उदाहरण मिलते ही हैं, उसका सबसे सुंदर एक प्रकार से ये प्रयोग था और सफल प्रयोग था। दूसरा, आदरणीय प्रधानमंत्री जी ने हमेशा, जब वो मुख्यमंत्री भी थे, जब वो सामान्य कार्यकर्ता भी थे, या आज जब वो प्रधानमंत्री बने हैं, उन्होंने हमेशा जन भागीदारी, जन समर्थन को अपना सूत्र माना है। और इस माध्यम से ये कोई 100 एपिसोड या धारावाहिक नहीं थे, ये जन अभियान बन गया मन की बात। और इसका हमें सबसे प्रबल चेहरा तब देखने मिला जब कोविड काल में, आपको याद होगा कि जिस प्रकार से देश में, दुनिया में ऐसा कालखंड छाया था कि अस्थिरता थी, बड़ी शंकाएं थी, तब प्रधानमंत्री की वो आवाज़ आती थी और प्रधानमंत्री अपनी आवाज़ से पूरे देश की आत्मा को, देश को एक सांत्वना देते थे कि हम इस संकट से उभर पाएंगे, निकल पाएंगे और भी प्रबल हो पाएंगे। और जो एक संदेश मन की बात से निकला कि वो राष्ट्र चरित्र का निर्माण और राष्ट्रीय एकता के लिए जो उन्होंने इससे प्रयास किए, कश्मीर से लेकर कन्याकुमारी, गुजरात से लेकर अरुणाचल तक को जोड़ने का काम उनके इस 100 संस्करणों से हुआ। और मैं तो कहूँगा कि पंजाब के लोग तो बहुत ही ज़्यादा उनको इसका फ़ायदा मिला है, क्योंकि जिस प्रकार से प्रधानमंत्री जी ने मन की बात के माध्यम से पंजाब की संस्कृति, पंजाब की सभ्यता और हमारे महान सिख गुरुओं की जो भी वाणी थी, उनको बार बार याद दिलाने का, चाहे वो वीर बलिदान दिवस हो, हमारे साहिबजादे हो, गुरु नानक जी हो, गुरु तेग बहादुर हो, गुरु गोविंद सिंह जी हो, जो उन्होंने राष्ट्र के लिए और देश के खिलाफ जो आक्रांता थे, उनके खिलाफ डटकर देश की संस्कृति को बचाने का जो योगदान उन्होंने दिया, उसको भी याद दिलाने का काम। और स्वर्ण मंदिर से लेकर हमारे किसानों तक पंजाब की संस्कृति के हर एक हिस्से को बार बार परिचय देने का काम प्रधानमंत्री जी ने मन की बात से किया। तो मुझे लगता है कि संधू जी, पंजाब के लोग सबसे ज़्यादा इसका लाभदायक रहे हैं कि उन्होंने मन की बात में अपने पंजाब की बात बार बार सुनी है। आज मुझे यहाँ पर इस ऐसी ऐतिहासिक क्षण में, इस ऐसी जगह पर आने का मौका मिला जहाँ पर सामाजिक न्याय, सामाजिक क्रांति की हमेशा बात चलती भी है, और मन की बात भी सामाजिक न्याय और सामाजिक क्रांति का बड़ा एक माध्यम रहा है। बेटी बचाओ, सेल्फी विद डॉटर, या हमारे जो सबसे पिछड़े, शोषित, वंचित समाजों को जोड़ने का प्रयास मन की बात से किया गया है। आज अपने लोगों के बीच आकर अमृतसर में इसका मुझे अनुभव लेने मिला, तो मैं भारतीय जनता पार्टी अमृतसर का बहुत तहे दिल से आभारी हूँ, और प्रधानमंत्री का भी, और आप सभी लोगों का। जो बोले सो निहाल, सत श्री अकाल। भारत माता की जय।